ਤੇ ਮਾਨ ਸਾਹਿਬ ਅੱਗੇ ਕਹਿ ਰਹੇ ਨੇ, ਕਹਿੰਦੇ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ ਬਖਸ਼ਾਂਗੇ ਨਹੀਂ ਜੀ। ਬਿਲਕੁਲ ਰਵੀਨ ਜੀ, ਕੱਲ ਭਾਰਤੀ ਸਮੇਂ ਅਨੁਸਾਰ ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਸੀ, ਹਾਂਜੀ, ਉਸ ਪ੍ਰੋਗਰਾਮ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਉਹਦੀ ਮੇਜ਼ ਸਜਾ ਕੇ ਬੈਠ ਗਏ ਸੀ। ਉਹਨੇ ਮੀਡੀਆ ਬੁਲਾ ਲਿਆ ਸੀ। ਸਵੇਰੇ ਥੋੜਾ ਸਾਜਰੇ ਬੁਲਾਇਆ, ਤੜਕੇ ਤੜਕੇ, ਨਹੀਂ ਤਾਂ ਰੂਟੀਨ ਦੇ ਵਿੱਚ ਪ੍ਰੈਸ ਕਾਨਫਰੰਸਾਂ 11 ਵਜੇ ਹੁੰਦੀਆਂ ਨੇ, ਕਿਉਂਕਿ ਸਵੇਰੇ ਬੈਠਕਾਂ ਹੁੰਦੀਆਂ ਨੇ ਅਦਾਰਿਆਂ ਨਾਲ, ਪੱਤਰਕਾਰਾਂ ਦੀਆਂ, ਸਾਰਾ ਤਾਲਮੇਲ ਬੈਠਣਾ ਹੁੰਦਾ, ਕਿੱਥੇ ਕਿੱਥੇ ਜਾਣਾ, ਕੀ ਕਰਨਾ, ਪਰ ਉਸ ਤੋਂ ਵੀ ਸਾਜਰੇ ਬੁਲਾਈ ਉਹਨਾਂ ਨੇ। ਸੋ ਕਹਿੰਦੇ ਕਿ ਮਾਫ ਕਰ ਦਿਓ, ਮੈਨੂੰ ਮੀਡੀਆ ਨੂੰ ਛੇਤੀ ਬੁਲਾਉਣਾ ਪਿਆ, ਮੈਨੂੰ ਪਤਾ ਤੁਸੀਂ ਦੇਰ ਰਾਤ ਤੱਕ ਕੰਮ ਕਰਦੇ ਹੋ ਤੇ ਸਵੇਰੇ ਕਈ ਵਾਰ ਲੇਟ ਸ਼ੁਰੂ ਹੁੰਦੀ ਹੈ ਆਪਣੀਆਂ ਦਫ਼ਤਰ ਦੀ ਮੀਟਿੰਗ ਹੁੰਦੀ, ਪਰ ਮਾਮਲਾ ਏਡਾ ਬੜਾ ਸੀ ਮਜੀਠੀਆ ਵਾਲਾ ਕਿ ਆਪਾਂ ਨੂੰ ਸਾਜਰੇ ਪ੍ਰੈਸ ਕਾਨਫਰੰਸ ਬੁਲਾਉਣੀ। ਠੀਕ ਹੈ। ਸਾਰਿਆਂ ਨੂੰ ਲੱਗਿਆ ਕਿ ਕੋਈ ਨਵੀਂ ਗੱਲ ਹੋਊਗੀ, ਨਵਾਂ ਖੁਲਾਸਾ ਹੋਊਗਾ, ਤੇ ਮੁੱਖ ਮੰਤਰੀ ਸਾਹਿਬ ਨੇ ਗੱਲ ਉੱਥੋਂ ਹੀ ਸ਼ੁਰੂ ਕੀਤੀ ਕਿ ਬਈ ਇਹ ਜਿਹੜਾ ਪੈਸਾ ਕਮਾਇਆ ਗਿਆ ਹੈ ਨਾ, ਇਹ ਡਰੱਗ ਮਨੀ ਹੈ, ਤੇ ਇਸ ਲਈ ਅਸੀਂ ਹੁਣ ਬਖਸ਼ਾਂਗੇ ਨਹੀਂ, ਚਾਹੇ ਕੋਈ ਜਿੱਡਾ ਮਰਜ਼ੀ ਵੱਡਾ ਹੋ। ਉਹ ਕਹਿੰਦੇ ਮੈਨੂੰ ਰੋਜ਼ ਤਾਨੇ ਮਾਰਦੇ ਸੀ, ਬਾਕੀ ਦਲਾਂ ਵਾਲੇ ਸਾਰੇ ਅੱਜ ਜਗਜ਼ਾਰ ਹੋ ਗਏ ਕਿ ਸਾਰੇ ਇੱਕੋ ਸਾਰ ਨੇ ਇਹ। ਉਹ ਕਹਿੰਦੇ ਵੀ ਕਿ ਇਹ ਮੈਨੂੰ ਰੋਜ਼ ਕਹਿੰਦੇ ਸੀ ਕਿ ਬੜਾ ਮਗਰਮੱਛ ਨਹੀਂ ਫੜਦਾ, ਬੜਿਆਂ ਨੂੰ ਹੱਥ ਨਹੀਂ ਪਾਉਂਦਾ, ਲੈ ਅੱਜ ਬੜੇ ਨੂੰ ਹੱਥ ਪਾਇਆ ਤਾਂ ਸਾਰੇ ਚੀਕਾਂ ਮਾਰਨ ਲੱਗ ਪਏ। ਸੋ ਇਸ ਲਈ ਹੁਣ ਵਿਰੋਧੀ ਦਲਾਂ ਦੇ ਬਿਆਨ ਨੂੰ, ਸਰਕਾਰ ਦੀ ਢੰਗ ਤਰੀਕੇ ਨੂੰ, ਜੇ ਸਵਾਲ ਇਹ ਨਹੀਂ ਹੈ ਕਿ ਤੁਸੀਂ ਨਸ਼ੇ ਵਾਲਾ ਬੰਦਾ ਆਪਣੇ ਲਈ ਕਿਹੜਾ ਫੜ ਲਓ, ਜੇ ਕਾਨੂੰਨੀ ਕਾਰਵਾਈ ਕਰਨੀ ਹੈ ਤਾਂ ਕਾਰਵਾਈ ਦੀ ਮੰਗ ਕਰੋ, ਧੱਕੇਸ਼ਾਹੀ ਦੀ ਮੰਗ ਕਿਉਂ ਹੋਵੇ। ਸਹੀ ਹੈ। ਤੇ ਜੇ ਵਿਕਰਮ ਵਰਗੇ ਬੰਦੇ ਨਾਲ ਲੋਕਾਂ ਨੂੰ ਇਹ ਲੱਗਦਾ ਕਿ ਧੱਕਾ ਹੋ ਰਿਹਾ ਹੈ, ਜੇ ਲੋਕਾਂ ਨੂੰ ਇਹ ਲੱਗਦਾ ਵੀ ਕਿ ਵੀਡੀਓ ਦੇ ਸਾਹਮਣੇ, ਕੈਮਰੇ ਦੇ ਸਾਹਮਣੇ, ਮੋਬਾਈਲਾਂ ਦੇ ਸਾਹਮਣੇ ਹੈ ਨਾ ਇਸ ਬੰਦੇ ਨਾਲ ਧੱਕਾ ਹੋ ਰਿਹਾ, ਤਾਂ ਆਮ ਜਨਤਾ ਨਾਲ ਪੁਲਿਸ ਦਾ ਵਿਵਹਾਰ ਕਿਹੋ ਜਿਹਾ ਹੋਊਗਾ। ਮੁੱਖ ਮੰਤਰੀ ਸਾਹਿਬ ਇਹ ਤਾਂ ਸਮਝੋ, ਆਮ ਲੋਕਾਂ ਨਾਲ ਕਿਵੇਂ ਕਰਦੇ ਹੋਣਗੇ, ਜਿੱਥੇ ਕਿਸੇ ਮੋਬਾਈਲ ਖੋਲਣ ਵੀ ਨਹੀਂ ਦਿੰਦੇ, ਜੇਬ ਚੋਂ ਕੱਢਣ ਵੀ ਨਹੀਂ ਦਿੰਦੇ। ਜੀ ਜੀ, ਸਹੀ ਹੈ। ਤੇ ਇਸ ਵਰਤਾਰੇ ਨੂੰ ਮੁੱਖ ਮੰਤਰੀ ਸਾਹਿਬ ਜਦੋਂ ਬਿਆਨ ਕਰ ਰਹੇ ਸੀ, ਉਹ ਕਹਿੰਦੇ ਵੀ ਕਿਆ ਬੜੇ ਬੜੇ ਤਾਂ ਚੀਕ ਰਹੇ ਨੇ, ਇਹਨੂੰ ਆਪਣਾ ਡਰ ਲੱਗਦਾ ਹੈ, ਐ ਮੈਂ ਬੋਲੂੰਗਾ ਕੋਈ ਬਖਸ਼ਿਆ ਨਹੀਂ ਜਾਊਗਾ, ਬੜਾ ਸਾਰੇ ਫੜੇ ਜਾਣਗੇ। ਤਦ ਮਤਲਬ ਇਹ ਸਪਸ਼ਟ ਝਲਕਾਰਾ ਪੈ ਰਿਹਾ ਸੀਗਾ ਕਿ ਮੁੱਖ ਮੰਤਰੀ ਹੋਰੀ ਲਗਭਗ ਅਰਵਿੰਦ ਕੇਜਰੀਵਾਲ ਵਾਲੀ ਸਕ੍ਰਿਪਟ ਪੜ੍ਹ ਰਹੇ। ਉਹ ਅੱਛਾ, ਜੋ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਬੋਲਿਆ, ਲਗਭਗ ਉਹੀ ਬਿਆਨੀਆਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਪ੍ਰੈਸ ਕਾਨਫਰੰਸ ਸੀਗਾ। ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਗੱਲ ਜਚਾ ਰਹੇ ਸੀਗੇ ਕਿ ਸਾਰਾ ਕੁਝ ਡਰੱਗ ਨਾਲ ਹੈ। ਜੇ ਸਾਰਾ ਕੁਝ ਡਰੱਗ ਨਾਲ ਹੈ ਤਾਂ ਤੁਹਾਡੀ ਕਾਨੂੰਨੀ ਕਾਰਵਾਈ 'ਚ ਕਿਉਂ ਨਹੀਂ ਆ ਰਿਹਾ? ਸਹੀ ਗੱਲ। ਸਵਾਲ ਤਾਂ ਇਹੀ ਹੈ ਜੀ। ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਜਦੋਂ ਚੋਣ ਪ੍ਰਚਾਰ ਸੀ, ਹਾਂਜੀ, ਤਾਂ ਪੂਰੀ ਪੰਜਾਬ ਦੀ ਨਜ਼ਰ ਦੇ ਵਿੱਚ ਵਿਕਰਮ ਮਜੀਠੀਆ ਖਲਨਾਇਕ ਬਣ ਗਿਆ ਸੀ, ਔਰ ਉਸ ਨੂੰ ਲੋਕ ਮੰਨਣ ਲੱਗ ਪਏ ਸੀ। ਜੀ ਜੀ। ਪਰ ਇਹ ਸਾਰੇ ਨੈਰੇਟਿਵ ਨੂੰ ਤੋੜਿਆ ਕਿਹਨੇ? ਕੇਜਰੀਵਾਲ ਨੇ ਮਾਫੀ ਮੰਗ ਕੇ। ਤੇ ਜੇ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਜੀ? ਉਸ ਸਮੇਂ ਸਾਰਾ ਕੁਝ ਪਤਾ ਸੀ, ਸਾਹਮਣਾ ਕਰਦੇ, ਜੇ ਸੰਜੇ ਸਿੰਘ ਕਰ ਰਹੇ ਤੁਸੀਂ ਵੀ ਕਰੀ ਜਾਂਦੇ। ਤੇ ਫਿਰ ਉਸ ਤੋਂ ਬਾਅਦ ਜੇਕਰ ਤੁਹਾਡਾ ਉਹ ਨੈਰੇਟਿਵ ਸਿਰਜਿਆ ਹੋਇਆ ਅੱਜ ਸੱਚ ਸਾਬਤ ਹੋ ਰਿਹਾ, ਹਾਂਜੀ, ਫਿਰ ਤੁਹਾਡੇ ਹੱਕ ਦੇ ਵਿੱਚ ਤਾਂ ਅੱਜ ਮਹਾਲੀ ਭਰ ਜਾਣਾ ਚਾਹੀਦਾ ਸੀ ਕਿ ਲਓ ਵੀ ਕਰਤਾ ਇਹ ਕੰਮ। ਜੀ, ਤੁਹਾਨੂੰ ਪੰਚਾਇਤਾਂ ਨੂੰ, ਪੰਚਾਇਤ ਅਫਸਰਾਂ ਦੇ ਗਲਗੁੱਠੇ ਦੇ ਕੇ ਮਤੇ ਪਾਉਣੇ ਪਾ ਰਹੇ ਨੇ। ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਹੀ ਗੱਲ, ਅੱਛਾ, ਕਹਿੰਦੇ ਵੀ ਪੰਚਾਇਤਾਂ ਦੇ ਮਤੇ ਆ ਰਹੇ ਨੇ ਕਿ ਦੇਖੋ ਜੀ ਅਸੀਂ ਆਪਣੇ ਪਿੰਡ 'ਚ ਮਕਾਤਾ, ਚਿੱਟਾ ਰੋਕਤਾ ਜੀ, ਜੇ ਕੋਈ ਵੇਚੂਗਾ ਅਸੀਂ ਜਦੇ ਕਾਰਵਾਈ ਕਰਾਂਗੇ ਜੀ, ਜਦੇ ਪੁਲਿਸ ਨੂੰ ਦੱਸਾਂਗੇ ਜੀ। ਕਹਿੰਦੇ ਪੰਚਾਇਤਾਂ ਮਤੇ ਪਾ ਰਹੀਆਂ ਨੇ। ਸਾਰੇ ਪੰਜਾਬ ਨੂੰ ਪਤਾ ਕਿ ਪੰਚਾਇਤਾਂ ਬਣਦੀਆਂ ਕਿਵੇਂ ਨੇ ਤੇ ਮਤੇ ਕਿਵੇਂ ਪਾਉਂਦੀਆਂ। ਜੀ ਬਿਲਕੁਲ ਸਹੀ ਹੈ। ਸਾਰੇ ਪੰਜਾਬ ਨੂੰ ਪਤਾ ਕਿ ਤੁਸੀਂ ਕਿਵੇਂ ਪੰਚਾਇਤਾਂ ਨੂੰ ਪੋਸਟਰ ਭੇਜੇ ਨੇ, ਕਿਵੇਂ ਬੈਨਰ ਭੇਜੇ ਨੇ ਆਪਣੀਆਂ ਫੋਟੋਆਂ ਵਾਲੇ, ਤੇ ਬਿੱਲ ਵੀ ਨਾਲੇ ਭੇਜਤਾ ਕਿ ਉਹ ਬਿੱਲ ਵੀ ਪੰਚਾਇਤਾਂ ਦੇ ਦੇਣ। ਸੋ ਇਸ ਲਈ ਇਹ ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ, ਫਿਰ ਤਾਂ ਜੇ ਸੱਚਮੁੱਚ ਤੁਸੀਂ ਅੱਜ ਸਭ ਤੋਂ ਬੜੇ ਤਸਕਰ ਨੂੰ ਫੜ ਲਿਆ, ਅਸੀਂ ਉਹਦੀ ਪੈਰਵੀ ਨਹੀਂ ਕਰਦੇ, ਅਸੀਂ ਤਰੀਕਾਕਾਰ ਤੇ ਸਵਾਲ ਖੜਾ ਕਰ ਰਹੇ। ਬਿਲਕੁਲ ਸਹੀ। ਅਸੀਂ ਸਵਾਲ ਖੜਾ ਕਰ ਰਹੇ ਹਾਂ ਕਿ 540 ਕਰੋੜ ਦਾ ਜੇ ਪੈਸੇ ਦਾ ਹੀ ਕਪੜਾ, ਉਹ ਵੀ ਬਹੁਤ ਬੜਾ ਮਾਮਲਾ, ਤੁਸੀਂ ਉਸੇ ਨੂੰ ਲਿਆ ਕੇ ਰੱਖ ਲੈਂਦੇ ਜੇ ਸੱਚਮੁੱਚ ਉਹ ਕਪੜਾ ਜੀ। ਤੁਸੀਂ ਉਸੇ ਆਧਾਰ ਤੇ ਪੰਜਾਬ ਨੂੰ ਦਿਖਾਉਂਦੇ ਕਿ ਚੁੱਕੋ ਅਸੀਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫੜ ਲਿਆ, ਵੀ ਹੁਣ ਜਾਂਚ ਕਰ ਲਾਂਗੇ ਪੈਸਾ ਕਿੱਥੋਂ ਆਇਆ। ਜਾਂ ਤਾਂ ਫਿਰ ਨਸ਼ੇ ਵਾਲਾ ਮਾਮਲਾ ਸ਼ਾਮਲ ਕਰੋ, ਜਾਂ ਫਿਰ ਲੋਕਾਂ ਨੂੰ ਸਹੀ ਸੱਚ ਦਿਖਾਓ। ਸੋ ਇਸ ਮਾਮਲੇ ਦੇ ਵਿੱਚ ਕੱਲ ਭਗਵੰਤ ਮਾਨ ਹੋਰਾਂ ਦੀ ਪ੍ਰੈਸ ਕਾਨਫਰੰਸ ਹੋਈ ਜ਼ਰੂਰ, ਇੱਕ ਦੋ ਸਵਾਲਾਂ ਤੋਂ ਉਹਨਾਂ ਨੇ ਟਾਲਾ ਵੱਟਣ ਵੀ ਕੀਤੀ, ਪਰ ਚਲੋ ਸਰਕਾਰੀ ਪ੍ਰੈਸ ਕਾਨਫਰੰਸ ਹੀ ਮੈਨੇਜਮੈਂਟ ਹੋ ਜਾਂਦੀ ਹੈ, ਮੈਨੇਜ ਵੀ ਕੀਤੀ ਗਈ। ਸੋ ਲੈ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਨਿਸ਼ਾਨਾ ਵੀ ਸਾਧਿਆ। ਠੀਕ ਹੈ। ਤੇ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਵੀ ਕਿ ਕੋਈ ਬੋਲੇ ਨਾ, ਕੋਈ ਸਵਾਲ ਨਾ ਕਰੇ, ਜੋ ਕਰ ਰਹੇ ਆ ਉਹਦੀ ਵਾਹ-ਵਾਹੀ ਕਰੋ, ਜੇ ਸਵਾਲ ਕਰੋਗੇ ਫਿਰ ਕਾਰਵਾਈ ਹੋਊਗੀ।
ਸੋ ਕਿਤੇ ਨਾ ਕਿਤੇ ਇਹ ਮੋਦੀ ਵਾਲੀ ਡਿਕਟੇਟਰਸ਼ਿਪ ਦਾ ਵੀ ਪ੍ਰਗਟਾਵਾ ਸੂਬਈ ਸਰਕਾਰ ਨੇ ਕੀਤਾ। ਹਾਂਜੀ ਬਿਲਕੁਲ, ਜਦੋਂ ਪੱਤਰਕਾਰਾਂ ਨੂੰ ਸਵਾਲ ਹੀ ਨਹੀਂ ਕਰਨ ਦਿੱਤਾ ਜਾਂਦਾ, ਜਦੋਂ ਜੋ ਤੁਸੀਂ ਤਰਕ ਦੇ ਰਹੇ ਹੋ ਉਹਦਾ ਕੋਈ ਕਾਊਂਟਰ ਸੁਣਨ ਨੂੰ ਤੁਸੀਂ ਰਾਜ਼ੀ ਨਹੀਂ, ਤਾਂ ਫਿਰ ਇਹਨੂੰ ਸਰਕਾਰੀ ਪ੍ਰੈਸ ਕਾਨਫਰੰਸ ਹੀ ਕਹਿ ਲਈਏ, ਫਿਰ ਇਹਨੂੰ ਓਪਨ ਪ੍ਰੈਸ ਕਾਨਫਰੰਸ ਥੋੜ੍ਹਾ ਕਵਾਂਗੇ। ਇੰਨਾ ਜ਼ਰੂਰ ਹੈ ਵੀ ਮੋਦੀ ਸਾਹਿਬ ਸਰਕਾਰੀ ਵੀ ਨਹੀਂ ਕਰਦੇ, ਇਹ ਸਾਹਿਬ ਸਰਕਾਰੀ ਕਰ ਦਿੰਦੇ ਨੇ ਬਸ।